गुड मॉर्निंग पंजाब। सत श्री अकाल जी सारिਆਂ ਨੂੰ। ਤੁਸੀਂ ਵੇਖ ਰਹੇ ਹੋ ਜੀ पंजाब हरियाणा हिमाचल ਤੇ ਤੁਹਾਡੇ ਨਾਲ मैं अमृता गर्ग। बुलेटिन ਦਾ ਆਗਾਜ਼ ਕਰਾਂਗੇ ਅਹਿਮ ਖਬਰ ਦੇ ਨਾਲ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੀ ਕੈਪਟਨ ਸਰਕਾਰ ਦੇ 4 ਸਾਲ ਦੀ ਜੋ ਕਿ ਪੂਰੇ ਹੋ ਚੁੱਕੇ ਨੇ ਤੇ ਅੱਜ ਇਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਪੋਰਟ ਕਾਰਡ ਪੇਸ਼ ਕਰਨਗੇ। ਆਪਣੇ 4 ਸਾਲਾਂ ਦੇ ਕਾਰਜਕਾਲ ਦਾ ਰਿਪੋर्ट ਕਾਰਡ ਜਿੱਥੇ ਪੇਸ਼ ਕਰਨਗੇ ਤਾਂ ਉੱਥੇ ਹੀ ਵਿਰੋਧੀਆਂ ਵੱਲੋਂ ਚੁੱਕੇ ਗਏ ਸਵਾਲਾਂ ਦੇ ਵੀ ਜਵਾਬ ਦੇਣਗੇ। ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਤੇ ਕੰਮਾਂ ਦਾ ਬਿਊਰਾ ਦੇਣਗੇ। 4 ਸਾਲ ਦੇ ਵਿਕਾਸ ਕਾਰਜ ਕੀ ਰਹੇ ਉਸ ਦਾ सूबा वासियों को हिसाब देंगे कैप्टन अमरिंदर सिंह। नाल मौजूद ने डॉक्टर राजकुमार वेरका जी। वेरका साहब, विनीत जोशी जी कहते हैं कि 4 साल च सरकार ने पंजाब सरकार ने कुछ नहीं किया। आम आदमी पार्टी के हरपाल चीमा ने उन्होंने वालों साफ तौर पर कहा जाता है कि 4 साल च सिर्फ वादा खिलाफी की गई है। उत्थे ही दूजे पासे ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹ ਵੀ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ। ਕੱਲ ਵੀ ਪ੍ਰੋਟੈਸਟ ਹੋਇਆ। ਤੁਹਾਡਾ ਕੀ ਕਹਿਣਾ 4 ਸਾਲ 'ਚ ਸਰਕਾਰ ਵੱਲੋਂ ਕੀ ਕੁਝ ਕੀਤਾ ਗਿਆ? ਇਹ ਜਿਹੜੇ ਸਵਾਲ ਕਰ ਰਹੇ ਹੈ, ਚਾਹੇ ਅਕਾਲੀ ਦਲ ਵਾਲੇ ਹੈ ਚਾਹੇ ਬੀਜੇਪੀ ਵਾਲੇ ਹੈ, ਇਹਨਾਂ ਨੂੰ ਇਹ ਪੁੱਛ ਕੇ ਦੇਖੋ ਕਿ ਪਿਛਲੇ 10 ਸਾਲ ਦੇ ਸਮੇਂ ਦੇ ਅੰਦਰ ਇੱਕ ਵੀ ਕਿਸੇ ਕਿਸਾਨ ਦਾ ਕਰਜ਼ ਮਾਫ ਕੀਤਾ ਹੈ? ਕਿਸਾਨਾਂ ਵਾਸਤੇ ਉਹ ਜਿਹੜਾ ਗੱਪੀ ਜਿਹਾ ਹੈਗਾ ਜੀ ਉਹ ਸੁਖਬੀਰ ਬਾਦਲ, ਉਹ ਕਹਿੰਦਾ ਸੀ ਟਰੱਕ ਭਰ ਕੇ ਨੋਟਾਂ ਦਾ ਲੈ ਕੇ ਆਵਾਂਗਾ। ਉਹ ਲੈ ਕੇ ਆਇਆ ਕੋਈ? ਉਹਨੂੰ ਪੁੱਛੋ ਆਇਆ ਟਰੱਕ ਭਰ ਕੇ ਨੋਟਾਂ ਦਾ? ਕੋਈ ਨਹੀਂ। ਕੋਈ ਬਈ ਸਗਨ ਸਕੀਮ 250 ਰੁਪਈਆ ਦਿੰਦੇ ਸੀ, ਕਦੀ ਵਧਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ? ਹੁਣ 1500 ਰੁਪਈਆ ਹੋ ਗਈ ਨਾ, ਤੇ ਢਿੱਡ ਪੀੜ ਕਿਉਂ? ਉਹ ਜਿਹੜੀ ਸਗਨ ਸਕੀਮ ਹੈਗੀ ਸੀਗੀ ਉਹ 15000 ਦਿੰਦੇ 51000 ਹੋ ਗਈ। ਪੈਨਸ਼ਨਾਂ ਵੱਧ ਗਈਆਂ, ਇਹ ਵੱਧ ਗਿਆ। ਔਰ ਦੂਸਰੀ ਗੱਲ ਇਹ ਹੈ ਕਿ ਬਈ ਮਹਿਲਾਵਾਂ ਵਾਸਤੇ ਖਾਸ ਤੌਰ ਦੇ ਉੱਪਰ 33% ਰਾਖਵੀਆਂ ਨੌਕਰੀਆਂ, ਔਰ ਅੱਜ 30,000 ਤੋਂ ਵੱਧ ਸਰਕਾਰੀ ਨੌਕਰੀਆਂ ਲੋਕਾਂ ਨੂੰ ਮਿਲ ਚੁੱਕੀਆਂ। ਔਰ ਉਹਦੇ ਨਾਲ ਨਾਲ ਜਿਹੜੀਆਂ 50% ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀਆਂ ਦੇ ਵਿੱਚ ਰਾਖਵੀਆਂ ਸੀਟਾਂ, ਉਹ ਵੀ ਵਾਧਾ ਨਹੀਂ ਹੈ। ਔਰ ਦੂਸਰੀ ਗੱਲ ਜਿਹਦੇ ਉੱਪਰ ਇਹ ਬਹੁਤਾ ਇਸ ਗੱਲ ਲਈ ਪ੍ਰਚਾਰ ਕਰਦੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਮੈਂ ਗੈਂਗਸਟਰਾਂ ਨੂੰ ਤੇ ਡਰੱਗ ਮਾਫੀਆ ਦਾ ਰੱਖ ਤੋੜਾਂਗਾ। ਕੀ ਟੁੱਟਿਆ ਨਹੀਂ? 80% ਡਰੱਗ ਮਾਫੀਆ ਖਤਮ ਕਰ ਦਿੱਤਾ, 90% ਤੋਂ ਵੱਧ ਗੈਂਗਸਟਰ ਖਤਮ ਕਰ ਦਿੱਤੇ। ਔਰ ਅੱਜ ਉਹ ਨਹੀਂ ਕਿ ਪਿੰਡ ਪਿੰਡ 'ਚ ਘਰ ਘਰ ਜਿਸ ਤਰ੍ਹਾਂ ਵੈਨ ਪੈਂਦੇ ਸੀ ਕਾਲੀਆਂ ਦੇ ਟਾਈਮ ਤੇ, ਹੁਣ ਵੈਨ ਨਹੀਂ ਉਹ ਪੈਂਦੇ। ਹੁਣ ਲੋਕ ਜਿਹੜੀ ਇਹ ਪਟਰੀ ਉਤਰੀ ਸੀ ਗੱਡੀ ਪਟਰੀ ਤੋਂ, ਅੱਜ ਦੁਬਾਰਾ ਚੜ੍ਹ ਗਈ। ਔਰ ਦੁਬਾਰਾ ਤੋਂ ਬਈ ਡੇਢ ਸਾਲ ਦਾ ਸਮਾਂ ਕਰੋਨਾ ਦੇ ਵਿੱਚ ਲੰਘਿਆ। ਉਸ ਤੋਂ ਪਹਿਲੇ 10 ਸਾਲ ਦੇ ਸਮੇਂ ਦੇ ਵਿੱਚ ਬਦਹਾਲੀ ਪੰਜਾਬ ਦੀ ਹੈਗੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਸੰਭਾਲੀ ਸੀ। ਅੱਜ ਪੰਜਾਬ ਜਿਹੜਾ ਕੰਢਿਆਂ ਦੇ ਤਾਜ ਤੋਂ ਉੱਭਰ ਕੇ ਹੁਣ ਫੁੱਲਾਂ ਦੇ ਤਾਜ 'ਚ ਵਾਪਸ ਆ ਰਿਹਾ ਹੈ। ਔਰ ਇਹਨਾਂ ਨੂੰ ਇਸ ਗੱਲ ਦੀ ਹੈਰਾਨਗੀ ਹੋ ਰਹੀ ਹੈ ਕਿ ਇਹ ਸਾਰਾ ਕੁਝ ਕਿੱਦਾਂ ਹੋ ਰਿਹਾ। ਦੂਸਰੇ ਪਾਸੇ ਕੇਂਦਰ ਦੀ ਬੇਰੁਖੀ ਹੋਵੇ, GST ਦਾ ਮੈਟਰ ਹੋਵੇ, ਚਾਹੇ ਤੁਸੀਂ RDF ਦਾ ਮੈਟਰ ਹੋਵੇ, ਬਈ ਇਹਨਾਂ ਨੂੰ ਪੁੱਛੋ ਕਦੀ ਪੰਜਾਬ ਦੀ ਗੱਲ ਕੇਂਦਰ ਦੇ ਵਿੱਚ ਬੈਠੇ ਹੋਏ ਇਹ BJP ਵਾਲਿਆਂ ਨੇ ਪੰਜਾਬ ਦੀ ਗੱਲ ਕੀਤੀ? ਅਕਾਲੀ ਦਲ ਵਾਲਿਆਂ ਨੇ ਕਦੀ ਪੰਜਾਬ ਦੀ ਵਾਸਤੇ ਕੁਝ ਮੰਗਿਆ? ਔਰ ਇਹ ਜਿਹੜੇ ਲੋਕ ਗੱਲਾਂ ਕਰਦੇ ਆ ਲੋਕਤੰਤਰ ਦੇ ਅੰਦਰ, ਇਹ ਲੋਕ ਜਵਾਬ ਦਿੰਦੇ ਆ। ਲੋਕਤੰਤਰ ਦੇ ਅੰਦਰ ਲੋਕ ਸਰਟੀਫਿਕੇਟ ਦਿੰਦੇ ਆ। ਇਹਨਾਂ ਨੂੰ ਨਲਾਇਕ ਬੱਚਿਆਂ ਦਾ ਸਰਟੀਫਿਕੇਟ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਸ਼ਾਨਦਾਰ ਜਾਨਦਾਰ ਇਤਿਹਾਸ ਦਾ ਸਰਟੀਫਿਕੇਟ ਦਿੱਤਾ। TCM ਦੀ ਪੋਸਟ ਦਿੱਤੀ ਜਾ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੂੰ? ਮੈਂ ਨਹੀਂ ਕਹਿੰਦਾ ਇਸ ਵਾਸਤੇ ਕਿ ਇਹ ਤੇ ਮੈਂ ਤੁਹਾਨੂੰ ਕਿ ਪਾਰਟੀ ਹਾਈਕਮਾਨ ਦੇ ਫੈਸਲੇ ਆ। ਪਾਰਟੀ ਹਾਈਕਮਾਨ ਦੇ ਫੈਸਲੇ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਤੱਕ ਜਾਂਦੇ ਆ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਗੱਲ ਕਰਦੇ ਆ। ਔਰ ਮੈਨੂੰ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਰਿਪੋਰਟਾਂ ਆ ਰਹੀਆਂ ਉਸ ਤਰੀਕੇ ਦੇ ਨਾਲ ਮੈਨੂੰ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਜਿੱਥੇ ਮੇਜਰ ਚੇਂਜਿੰਗ ਹੋਣਗੇ, ਚਾਹੇ ਆਰਗੇਨਾਈਜੇਸ਼ਨ ਚਾਹੇ ਕੈਬਨਿਟ ਦੇ ਅੰਦਰ ਹੈ, ਔਰ ਪੰਜਾਬ ਦੇ ਭਲੇ ਵਾਸਤੇ ਕਾਂਗਰਸ ਦੀ ਬਿਹਤਰੀ ਵਾਸਤੇ ਇਹ ਸਾਰੇ ਚੇਂਜਿੰਗ ਹੋਣਗੇ। ਔਰ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜੋ ਵੀ ਜ਼ਿੰਮੇਵਾਰੀ ਮਿਲੇਗੀ ਉਹ ਬਾਖੂਬੀ ਨਿਭਾਉਣਗੇ। ਕੈਮਰਾਮੈਨ ਭਰਤ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰ ਲੈਂਦੇ ਆ ਜਿਨ੍ਹਾਂ ਨੇ ਸਿਸਵਾ ਫਾਰਮ ਹਾਊਸ ਤੇ ਮੁੱਖ ਮੰਤਰੀ ਕੈਪਟਨ ਦੇ ਨਾਲ ਮੁਲਾਕਾਤ ਕੀਤੀ। ਇੱਥੇ ਦੱਸ ਦਈਏ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੋਵਾਂ ਲੀਡਰਸ ਦੇ ਵਿਚਕਾਰਲੀਆਂ ਦੂਰੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਲੰਮੇ ਸਮੇਂ ਤੋਂ ਕਰ ਰਹੇ ਨੇ। ਹਰੀਸ਼ ਰਾਵਤ ਵੱਲੋਂ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਵਾਲੀ ਇਸ਼ਾਰਾ ਵੀ ਕੀਤਾ ਗਿਆ ਸੀ, ਪਰ ਨਾਲ ਹੀ ਇਸ ਚੀਜ਼ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਆਖਰੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਦਾ ਹੋਏਗਾ।
ਸਿਸਮਾ ਫਾਰਮ ਹਾਊਸ ਤੇ ਮੁਲਾਕਾਤ ਹੋਈ, ਜਿਸ ਦੀ ਤਸਵੀਰ ਵੀ ਸਾਹਮਣੇ ਆਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੋਵਾਂ ਆਗੂਆਂ ਦੀ ਮੁਲਾਕਾਤ ਦੀ ਤਸਵੀਰ ਸਾਂਝਾ ਕਰਦਿਆਂ ਲਿਖਿਆ ਕਿ ਪਿਕਚਰ ਇਜ਼ ਵਰਥ 1000 ਵਰਡਸ, ਯਾਨੀ ਕਿ ਇੱਕ ਤਸਵੀਰ 1000 ਲਫ਼ਜ਼ਾਂ ਦੇ ਬਰਾਬਰ ਹੁੰਦੀ ਹੈ। ਹਾਲਾਂਕਿ ਇਹ ਤਸਵੀਰ ਕੀ ਬੋਲਦੀ ਹੈ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਚੱਲ ਰਹੀ ਤਕਰਾਰ ਤੋਂ ਬਾਅਦ ਅੱਜ ਦੋਹਾਂ ਆਗੂਆਂ ਦੇ ਵਿਚਾਲੇ ਮੁਲਾਕਾਤ ਹੋਈ ਅਤੇ ਕਈ ਅਹਿਮ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ। ਇਹ ਮੁਲਾਕਾਤ ਇਸ ਲਈ ਵੀ ਕਾਫੀ ਅਹਿਮ ਹੈ ਕਿਉਂਕਿ ਪਿਛਲੇ ਤਕਰੀਬਨ 1.5 ਸਾਲ ਤੋਂ ਨਵਜੋਤ ਸਿੰਘ ਸਿੱਧੂ ਪਾਰਟੀ ਦੀ ਗਤੀਵਿਧੀਆਂ ਤੋਂ ਦੂਰ ਰਹੇ ਅਤੇ ਦੋਹਾਂ ਆਗੂਆਂ ਦੀ ਤਲਖੀ ਦੇ ਚੱਲਦਿਆਂ ਉਹਨਾਂ ਆਪਣਾ ਮੰਤਰੀ ਦਾ ਅਹੁਦਾ ਵੀ ਛੱਡ ਦਿੱਤਾ ਸੀ। ਪਰ ਅੱਜ ਦੀ ਇਸ ਮੁਲਾਕਾਤ ਨੇ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਚਰਚਾ ਇਸ ਗੱਲ ਨੂੰ ਲੈ ਕੇ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ, ਕਿ ਪੰਜਾਬ ਵਜ਼ਾਰਤ 'ਚ ਸਿੱਧੂ ਦੀ ਵਾਪਸੀ ਹੋ ਸਕਦੀ ਹੈ। ਉਧਰ ਵਿਰੋਧੀ ਧਿਰਾਂ ਸਿੱਧੂ ਅਤੇ ਕੈਪਟਨ ਦੀ ਮੁਲਾਕਾਤ ਨੂੰ ਕੋਈ ਖਾਸ ਅਹਿਮੀਅਤ ਨਹੀਂ ਦੇ ਰਹੇ। ਬੀਜੇਪੀ ਦੇ ਸੀਨੀਅਰ ਆਗੂ ਤਰੁਣ ਚੁੱਗ ਦੇ ਮੁਤਾਬਕ ਕੈਪਟਨ ਸਰਕਾਰ ਆਪਣੇ ਆਖਰੀ ਸਾਹਾਂ ਤੇ ਹੈ ਅਤੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਦੀ ਮੁਲਾਕਾਤ ਦੇ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਸਰਕਾਰ ਆਖਰੀ ਸਾਹਾਂ 'ਚ ਕੈਪਟਨ ਸਾਹਿਬ ਦਾ ਫੇਅਰਵੈਲ ਪਾਰਟੀ ਦਾ ਟਾਈਮ ਆ ਗਿਆ। ਉਹਨੂੰ ਫੇਅਰਵੈਲ ਪਾਰਟੀ 'ਚ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਲਓ, ਕਿਸੇ ਨੂੰ ਬੁਲਾ ਲਓ, ਹੁਣ ਕੁਝ ਨਹੀਂ ਹੋਣ ਵਾਲਾ। ਉਧਰ ਸਿੱਧੂ ਅਤੇ ਕੈਪਟਨ ਦੇ ਵਿਚਾਲੇ ਮੁਲਾਕਾਤ ਤੋਂ ਪਹਿਲਾਂ ਮੈਡਮ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ। ਨਵਜੋਤ ਕੌਰ ਸਿੱਧੂ ਨੇ ਇਸ ਮੁਲਾਕਾਤ ਤੋਂ ਵੀ ਨਾਉਮੀਦੀ ਜਤਾਈ। ਉਹਨਾਂ ਕਿਹਾ ਕਿ 1.5 ਸਾਲ ਤੋਂ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰੀ ਮਿਲਣ ਦੀਆਂ ਖਬਰਾਂ ਸੁਣ ਰਹੇ ਹਾਂ, ਪਰ ਕੁਝ ਨਹੀਂ ਮਿਲਿਆ। ਸੋ ਅੱਜ ਦੀ ਇਸ ਮੀਟਿੰਗ ਤੋਂ ਵੀ ਉਹਨਾਂ ਨੂੰ ਕੋਈ ਉਮੀਦ ਨਹੀਂ ਸੀ। ਪਰ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਿੱਧੂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ, ਉਹ ਸਿਰਫ ਪੰਜਾਬ ਦੇ ਲਈ ਕੰਮ ਕਰਨਾ ਚਾਹੁੰਦੇ ਨੇ। बड़ी देर च हवा ਦੀਆਂ ਗੱਲਾਂ ਚੱਲ ਰਹੀਆਂ ਨੇ, 1.5 साल ਦੀ ਜ਼ਿੰਮੇਵਾਰੀ मिल रही है ना, कुछ नहीं होया ना, आज भी कुछ नहीं होने वाला। तो उसका एक मकसद है, वो अपना जीवन एक मकसद से जी रहा है कि वो पंजाब के लिए मरना चाहता है। जिस पोजीशन पे उसे लगेगा कि मैं पंजाब के लोगों की सेवा कर सकता हूँ तो वो करेगा। उसको पद का शौक होता है तो वो 1.5 साल से किसी कहीं और बैठ जाता। बहरहाल हुण सियासी गलियारिਆਂ 'ਚ ਇਹ ਵੀ ਚਰਚਾ ਛਿੜ ਗਈ ਹੈ ਕਿ ਦੋਹਾਂ ਦੇ ਵਿਚਾਲੇ ਕੀ ਗੱਲਬਾਤ ਹੋਈ ਹੈ, ਕਿ ਦੋਹਾਂ ਦੇ ਵਿਚਾਲੇ ਤਲਖੀਆਂ ਦੂਰ ਹੋ ਗਈਆਂ ਨੇ, ਕਿ ਸਿੱਧੂ ਨੂੰ ਕੋਈ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ ਜਾਂ ਇਸ ਦੀ ਕੋਈ ਤਿਆਰੀ ਚੱਲ ਰਹੀ ਹੈ। 2022 ਦੀਆਂ ਚੋਣਾਂ ਨੂੰ ਲੈ ਕੇ ਵੀ ਇਹ ਮੁਲਾਕਾਤ ਕਾਫੀ ਅਹਿਮ ਹੈ ਕਿਉਂਕਿ ਜੇਕਰ ਸਿੱਧੂ ਅਤੇ ਕੈਪਟਨ ਦੇ ਵਿਚਾਲੇ ਤਲਖੀਆਂ ਦੂਰ ਹੁੰਦੀਆਂ ਨੇ ਤਾਂ ਜ਼ਾਹਿਰ ਤੌਰ ਤੇ ਇਸ ਦਾ ਅਸਰ ਵਿਧਾਨ ਸਭਾ ਚੋਣਾਂ 'ਚ ਵੀ ਵੇਖਣ ਨੂੰ ਮਿਲੇਗਾ। ਬਿਊਰੋ ਰਿਪੋਰਟ, ਜ਼ੀ ਮੀਡੀਆ। ਪੰਜਾਬ ਦੇ ਵਿੱਚ ਕਰੋਨਾ ਦੀ ਗੱਲ ਕੀਤੀ ਜਾਏ ਤਾਂ ਇਸ ਦੀਆਂ ਜੜ੍ਹਾਂ ਹੋਰ ਜ਼ਿਆਦਾ ਮਜ਼ਬੂਤ ਹੁੰਦੀਆਂ ਨਜ਼ਰ ਆ ਰਹੀਆਂ ਨੇ। ਲੰਮੇ ਸਮੇਂ ਤੋਂ ਬਾਅਦ ਰੋਜ਼ਾਨਾ ਦਾ ਅੰਕੜਾ 2000 ਪਾਰ ਹੋਇਆ। 24 ਘੰਟਿਆਂ ਅੰਦਰ ਕਰੋਨਾ ਦੇ 2039 ਨਵੇਂ ਕੇਸ ਸਾਹਮਣੇ ਆਏ ਨੇ। 35 ਮਰੀਜ਼ਾਂ ਦੀ ਮੌਤ ਹੋਈ ਹੈ। ਕਰੋਨਾ ਦੇ ਕੁੱਲ ਮਾਮਲੇ 2,03,049 ਹੋ ਚੁੱਕੇ ਨੇ। ਐਕਟਿਵ ਮਰੀਜ਼ਾਂ ਦੀ ਗਿਣਤੀ 13,000 ਪਾਰ ਹੈ। ਇਸ ਤੋਂ ਇਲਾਵਾ ਸੂਬੇ ਭਰ ਦੇ ਵਿੱਚ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਏ ਤਾਂ ਇਹ ਵੀ 6,172 ਪਹੁੰਚ ਚੁੱਕਿਆ ਹੈ। ਵੱਖ-ਵੱਖ ਜ਼ਿਲ੍ਹਿਆਂ ਦੀ ਕੀ ਤਸਵੀਰ ਹੈ, ਕਿੰਨੇ ਨਵੇਂ ਕੇਸਿਸ ਕਿਹੜੀ ਜ਼ਿਲ੍ਹੇ ਦੇ ਵਿੱਚ ਨੇ, ਇਸ ਟੈਲੀ ਰਾਹੀਂ ਸਮਝਿਆ ਜਾ ਸਕਦਾ ਹੈ। ਤੇ ਇਸ ਟੈਲੀ ਦੇ ਵਿੱਚ ਮੌਜੂਦਾ ਅੰਕੜੇ ਬਿਆਨ ਕਰ ਰਹੇ ਨੇ ਕਿ ਕੋਈ ਵੀ ਜ਼ਿਲ੍ਹਾ ਇਸ ਵੇਲੇ ਕਰੋਨਾ ਮੁਕਤ ਨਹੀਂ ਹੈ। ਹਰ ਜ਼ਿਲ੍ਹੇ ਦੇ ਵਿੱਚ ਵੱਡੀ ਗਿਣਤੀ 'ਚ ਕਰੋਨਾ ਦੇ ਕੇਸਿਸ ਸਾਹਮਣੇ ਆ ਰਹੇ ਨੇ। ਸੈਂਕੜਿਆਂ ਦੇ ਵਿੱਚ ਇਹ ਕੇਸਿਸ ਦਾ ਸਾਹਮਣੇ ਆਉਣਾ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧਾਉਣ ਵਾਲਾ ਨਜ਼ਰ ਆ ਰਿਹਾ ਹੈ। ਇਹ ਟੈਲੀ ਬਿਆਨ ਕਰ ਰਹੀ ਹੈ ਕਿ ਕੇਸਿਸ ਨਵੇਂ ਆ ਰਹੇ ਨੇ, ਭਾਵੇਂ ਘੱਟ ਹੋਣ ਜਾਂ ਜ਼ਿਆਦਾ, पर केसेस बरकरार ने। कोई भी जिला अजिहा नहीं है जो कोरोना मुक्त कहा जा सके। जिस तरह कोरोना अपने पैर मुड़ तो पसार रहे है, जाहिर है कि चिंता का विषय। यही कारण है कि प्रधानमंत्री वालों बीते रोज महामंथन किया गया। तमाम सूबे के मुख्य मंत्रियों के नाल उन्होंने गलबात की। कुछ सूबे के विच तेजी नाल वध रहे मामलों की जिथे चिंता जाहिर की तो उत्थे ही कुछ ठोके इस रोकण की अपील करते नजर आए। उन्होंने कहा कि कई सूबे के विच जिथे टेस्टिंग वधाउण की जरूरत है तो उत्थे ही कई सूबे के विच वैक्सीन की बर्बादी हो रही है, इस ते भी काबू पाउण की लोड़ है। दवाई भी और कड़ाई भी, मास्क पहनना है, 2 गज की दूरी बनाए रखना है, साफ सफाई का ध्यान रखना है। पर्सनल हाइजीन हो या सोशल हाइजीन, पूरी तरह उसको बल देना पड़ेगा। ऐसे कई कदम जो पिछले 1 साल से हम करते आए हैं, फिर से एक बार उसको बल देने की जरूरत है।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਸੀਂ ਸੁਣਿਆ। ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਚੁੱਕੇ ਜਾ ਰਹੇ ਕਦਮਾਂ ਦੀ ਵੀ ਜਾਣਕਾਰੀ ਦਿੱਤੀ। ਪ੍ਰਭਾਵਿਤ ਖੇਤਰਾਂ ਦੇ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਾਏ ਜਾਣ ਨੂੰ ਲੈ ਕੇ ਟੀਕਾਕਰਨ ਦੀ ਰਣਨੀਤੀ ਦੀ ਸਮੀਖਿਆ ਕਰਨ ਦੀ ਅਪੀਲ ਵੀ ਕੀਤੀ ਤੇ ਹੋਰ तमाम ਕਿੱਤਾ ਆਧਾਰਿਤ ਟੀਕਾਕਰਨ ਕੀਤੇ ਜਾਣ ਲਈ ਵੀ ਕਿਹਾ। In the next 2 days हम इसकी कोई पॉलिसी बना रहे हैं, कुछ सख्ती हमें करनी पड़ेगी। कोई इधर मानता नहीं किसी बात का। कोई आप जाओ किसी सड़क में, मंडी में जाओ, कहीं जाओ, कोई एक मास्क भी पहन रहा और 2000 तकरीबन हम चलान कर रहे हैं डेली, कोई बॉदर ही नहीं करता। तो इसको सख्ती हमें करनी पड़ेगी। कल से हम शुरू कर रहे हैं। अब मैं सर सिर्फ कोर्ट्स अपनी तरफ से 7 सजेशन देना चाह रहा हूँ। पहली तो इम्यूनाइजेशन स्ट्रैटेजी जो है हमारी, we have repeatedly requested Government of India in writing as well as in meetings attended by my Chief Secretary, opening of courts। आज कोर्ट्स जो मार्च के कोर्ट्स के केसेस लगे थे वो अभी जुलाई में चले गए हैं। मैं एक सजेस्ट कर रहा हूँ सर कि सिमिलरली द वेट फॉर जस्टिस इज गेटिंग लॉन्गर एंड जजेस शुड आल्सो बी वैक्सीनेटेड ताकि ओपन कोर्ट्स हो जाए। कि permission to please use the disaster relief fund for COVID management. There has been no disaster worse than COVID in our living history. Yet we still are not allowed to use the state disaster relief fund already available with us for COVID management. Ministry of Home Affairs, Government of India may issue the approved urgent. Our children have lost a year's education already, sir. Children of affluent families can avail online education, but opportunity is limited for poor children. I have tried to bridge the gap by giving smartphones to this साल हमने 1,75,000 स्मार्टफोन दिए to sector to the army जमात और अब 1,75,000 और दे रहे हैं to bridge this gap to some older children in school. But we need to allow our school and colleges to see how this can be further taken up. ਮੁੱਖ ਮੰਤਰੀ ਨੇ ਪੂਰਾ ਬਿਊਰਾ ਦਿੱਤਾ ਤਾਂ ਪ੍ਰਧਾਨ ਮੰਤਰੀ ਨੇ ਵੀ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਰੋਕਥਾਮ ਦੇ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸ਼ਲਾਘਾ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ। ਨਾ ਸਿਰਫ ਸ਼ਲਾਘਾ ਕੀਤੀ ਗਈ ਬਲਕਿ ਉਹਨਾਂ ਨੇ ਹੋਰਨਾਂ ਸੂਬਿਆਂ ਨੂੰ ਵੀ ਅਜਿਹੇ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਜੋ ਕਦਮ ਪੰਜਾਬ ਦੇ ਵਿੱਚ ਚੁੱਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨੇ ਹੋਰਨਾਂ ਸੂਬਿਆਂ ਨੂੰ ਕਿਹਾ ਕਿ ਉਹ ਹੋਰਨਾਂ ਸੂਬਿਆਂ ਦੇ ਵਿੱਚ ਵੀ ਚੁੱਕੇ ਜਾ ਸਕਦੇ ਨੇ। जैसे हमारे कैप्टन साहब कह रहे थे कि हम कल से एक बड़ा कड़ाई करने का मूवमेंट चला रहे हैं, अच्छी बात है। मुझे लगता है कि हम सबने इस दिशा में हिम्मत के साथ करना पड़ेगा। मुझे विश्वास है कि इन विषयों पर लोगों की जागरूकता बनाए रखने में हमको सफलता मिलेगी। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰਾਂਗੇ ਜੋ ਕਿ ਦਿੱਲੀ ਪਹੁੰਚਣ ਲਈ ਨੇ। ਤੁਹਾਨੂੰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਪੋਜ਼ਿਟਿਵ ਹੋਣ ਤੋਂ ਬਾਅਦ ਉਹਨਾਂ ਨੂੰ ਤਾਂ ਇਲਾਜ ਲਈ ਮੈਦਾਂਤਾ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ, ਪਰ ਉਸ ਤੋਂ ਬਾਅਦ ਉਹਨਾਂ ਦੀ ਬਾਦਲ ਪਿੰਡ ਦੇ ਵਿੱਚ ਜੋ ਰਿਹਾਇਸ਼ ਹੈ ਉੱਥੇ 3 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ, ਜਿਸ ਤੋਂ ਬਾਅਦ ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੇ ਦਿੱਲੀ ਪਹੁੰਚਣ। देखो बादल पिंड ਦੇ ਵਿੱਚ ਇਸ ਟਾਈਮ 5 ਐਕਟਿਵ ਕੇਸ ਹੈ, ਜਿਹੜੇ 3 ਕੱਲ ਪੋਜ਼ਿਟਿਵ ਆਏ, 2 ਪਹਿਲਾਂ ਪੋਜ਼ਿਟਿਵ ਆਏ ਹੋਏ ਆ। 5 ਐਕਟਿਵ ਕੇਸ ਚੱਲ ਰਹੇ। 3 ਜਿਹੜੇ ਆਏ ਆ ਜੀ ਜੋ ਕਿੱਥੋਂ ਨਿਕਲੇ ਉਹ ਬਾਦਲ ਸਾਹਿਬ ਦੀ ਰਿਹਾਇਸ਼ ਤੇ ਜਿਹੜੇ ਉਹਨਾਂ ਦੇ ਹੈਲਪਰ ਹੈ 3 ਕੱਲ ਪੋਜ਼ਿਟਿਵ ਆਏ ਆ ਤੇ 2 ਪਿੰਡ ਚੋਂ ਸੀ ਪਹਿਲਾਂ। ਸੈਂਪਲਿੰਗ ਮਿਲੇ ਸੈਂਪਲਿੰਗ ਅੱਜ ਅਸੀਂ ਬਾਦਲ ਸਾਹਿਬ ਦੀ ਰਿਹਾਇਸ਼ ਤੇ ਜਿਹੜੇ ਉਹਨਾਂ ਦੇ ਅੰਦਰ ਮੈਂਬਰ ਹੁੰਦੇ ਆ ਤੇ ਉਹਨਾਂ ਦੇ ਫਾਰਮ ਹਾਊਸ ਤੇ ਕੁੱਲ ਮਿਲਾ ਕੇ ਤਕਰੀਬਨ ਅਸੀਂ ਅੱਜ 55 ਤੋਂ 60 ਦੇ ਵਿੱਚ ਅਸੀਂ ਸੈਂਪਲ ਲਈ ਹੈ। ਬਾਦਲ ਸਾਹਿਬ ਦਾ ਆਪਦਾ ਟੈਸਟ ਲਾਇਆ? ਨਹੀਂ, ਬਾਦਲ ਸਾਹਿਬ ਦਾ ਆਪਦਾ ਟੈਸਟ ਨਹੀਂ ਹੋਇਆ। ਕੋਰੋਨਾ ਦੇ ਵੱਧਦੇ ਇਹਨਾਂ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਜ਼ਿਲ੍ਹਾ ਰੂਪਨਗਰ ਦੇ ਵਿੱਚ ਨਾਈਟ ਕਰਫਿਊ ਵੀ ਲਗਾ ਦਿੱਤਾ ਗਿਆ। ਤਸਵੀਰਾਂ ਤੁਹਾਨੂੰ ਵਿਖਾਵਾਂਗੇ। ਨਾਈਟ ਕਰਫਿਊ ਇੰਪਲੀਮੈਂਟ ਵੀ ਕਰ ਦਿੱਤਾ ਗਿਆ ਤੇ ਇਸ ਦੀ ਪਾਲਣਾ ਵੀ ਹੋ ਰਹੀ ਹੈ। 11 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਸਮਾਂ ਇਸ ਨਾਈਟ ਕਰਫਿਊ ਦਾ ਰਹੇਗਾ। ਡੀਸੀ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਵਿੱਚ ਨਾਈਟ ਕਰਫਿਊ ਦੀ ਪਾਲਣਾ ਸਖਤੀ ਨਾਲ ਕਰਵਾਈ ਜਾ ਰਹੀ ਹੈ। ਤਸਵੀਰਾਂ ਵੀ ਖੈਰ ਇਸ ਦੀ ਗਵਾਹੀ ਭਰ ਰਹੀਆਂ ਨੇ। बिल्कुल असी कोशिश की सीगी कि सारे लोगों को पता चल सके। पहले ही असी एसोसीएशन वगैरह वालों सब तो पहले जानकारी दी सी ताकि सारिਆਂ ਨੂੰ एक हो जाए कि उन्होंने जोड़े संस्थान ने उन्होंने खुद के जोड़े शॉप्स वगैरह है उन्होंने क्लोजिंग टाइम भी उसी प्रकार हो रखन। आज तो होर इसकी वधिया तरीके नाल पुख्ते तरीके नाल इसकी पालना होगी।